ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਗੋਲਕ ਕੱਟਣ ਤੇ ਮਾਮਲੇ ਦੇ ਵਿੱਚ ਹੋਏ ਵਿਵਾਦ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੀ ਦਰਖਾਸਤ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਰਵਿੰਦਰ ਸਿੰਘ ਸਰਨਾ ਤੇ ਹੋਰਾਂ ਨੂੰ ਤਲਬ ਕਰਨ ਦੀ ਗੱਲ ਕਹੀ ਸੀ। ਇਸ ਤੇ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਜਥੇਦਾਰ ਬੁਲਾਵੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣਾ ਪੱਖ ਰੱਖਣ ਲਈ ਜ਼ਰੂਰ ਆਵਾਂਗੇ। ਉਹ ਪਾਰਟੀ ਪ੍ਰਧਾਨ ਹਨ, ਇਸ ਦੇ ਲਈ ਹੋਏ ਵਿਵਾਦ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ। ਉਹਨਾਂ ਨੂੰ ਵੀ ਆਪਣਾ ਪੱਖ ਰੱਖਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਬੁਲਾਇਆ ਜਾਵੇ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ, ਲਾਈਵ ਭਾਰਤ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਦੇ ਵਿੱਚ 83 ਲੱਖ ਰੁਪਇਆ ਕੱਟ ਉਹਨਾਂ ਨੇ ਗੋਲਕ ਗਣਾਉਣ ਤੋਂ ਨਾ ਕਰ ਦਿੱਤੀ। 7.5 ਘੰਟੇ ਦੇ ਕਰੀਬ ਹਰਵਿੰਦਰ ਸਿੰਘ, ਹਰਿੰਦਰਪਾਲ ਸਿੰਘ, ਮਨਜੀਤ ਸਿੰਘ ਇਹ ਬੈਠੇ ਹੋਏ ਨੇ ਤੇ ਉੱਥੇ ਰਹੇ ਨੇ। ਬੜੀ ਮੁਸ਼ਕਿਲ ਨਾਲ ਗੋਲਕ ਗਿਣੀ ਗਈ ਤੇ ਪਰ ਗੋਲਕ ਜਿਹੜੀ ਸੀ 83 ਲੱਖ ਰੁਪਇਆ ਕੱਟ ਨਿਕਲੀ। ਔਰ ਸਭ ਤੋਂ ਵੱਡੀ ਗੱਲ ਕਿ 38.5 ਲੱਖ ਰੁਪਏ ਪੁਰਾਣੇ ਨੋਟ ਨਿਕਲੇ ਜਿਸ ਦੀ ਵੈਲਿਊ 0 ਪੈਸੇ ਹੈ ਤੇ ਉਹ ਇਹਨੂੰ ਆਪਣੇ ਕੈਸ਼ ਇਨ ਹੈਂਡ ਦੱਸ ਰਹੇ ਨੇ। ਉਹਨਾਂ ਨੇ ਉੱਥੇ ਬਦਤਮੀਜ਼ੀ ਸਾਡੇ ਵਰਕਰਾਂ ਨਾਲ ਕੀਤੀ, ਖੁਦ ਉਹਨਾਂ ਦੇ ਮੈਂਬਰ ਨੇ ਹਰਵਿੰਦਰ ਸਿੰਘ ਨਾਲ ਕੀਤੀ ਤੇ ਰਣਜੀਤ ਕੌਰ ਤੇ ਬਾਕੀ ਦੇ ਸਾਥੀ ਸਰਸੇ ਨੇ ਭੇਜ ਦਿੱਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਚਿੱਠੀ ਦੇ ਕੇ ਬਈ ਇਹਨਾਂ ਨੇ ਸਾਨੂੰ ਉੱਥੇ ਬੜਾ ਬੁਲਾ ਕੇ ਆਇਆ। 7.5 ਘੰਟੇ ਤੁਸੀਂ ਸਾਡੇ ਵਰਕਰਾਂ ਨੂੰ ਉੱਥੇ ਜਿਹੜਾ ਕੰਮ 10 ਮਿੰਟ ਦਾ ਸੀ ਕੈਸ਼ ਕਢਾਉਣ ਦਾ, ਤੁਸੀਂ 7.5 ਘੰਟੇ ਕੈਸ਼ ਨਹੀਂ ਕਢਾਈ ਔਰ ਕੈਸ਼ ਸ਼ਾਮੀ ਪੂਰੀ ਨਹੀਂ ਨਿਕਲੀ ਤੇ ਸ਼ਿਕਾਇਤ ਤੁਸੀਂ ਖੁਦ ਜਥੇਦਾਰ ਨੂੰ ਲਾ ਰਹੇ ਹੋ। ਅਫਸੋਸ ਹੈ ਜਥੇਦਾਰ ਹਰਪ੍ਰੀਤ ਸਿੰਘ ਦੇ ਉੱਤੇ ਇਸ ਗੱਲ ਦਾ ਤੇ ਤੂੰ ਨਹੀਂ ਪੁੱਛਿਆ ਵੀ 83 ਲੱਖ ਤੁਹਾਡਾ ਘੱਟ ਕਿਉਂ ਨਿਕਲਿਆ। ਕਹਿੰਦਾ ਜੀ ਮੈਂ ਉਹਨਾਂ ਨੂੰ ਬੁਲਾਵਾਂਗਾ, ਉਹ ਕੈਸ਼ ਕਢਾਉਣ ਕਿਉਂ ਗਏ। ਉਹਨਾਂ ਨੇ ਗੰਦੀ ਭਾਸ਼ਾ ਦਾ ਪ੍ਰਯੋਗ ਕੀਤਾ ਹੈ। ਉनको ਜੀ ਤੁਸੀਂ ਜਿਨ੍ਹਾਂ ਦੇ ਗੋਲਕ ਚੋਰੀ ਹੋ ਗਈ ਔਰ ਜਿਹੜੇ ਤੁਹਾਡੇ ਕੋਲ ਪਹੁੰਚ ਗਏ ਵੀ ਗੋਲਕ ਚੋਰੀ ਦਾ ਹਿਸਾਬ ਤੇ ਦੇ ਨਹੀਂ ਰਹੇ ਔਰ ਹਿਸਾਬ ਮੰਗ ਰਹੇ ਨੇ, ਇਹ ਤੁਹਾਡੇ ਕੋਲ ਸ਼ਿਕਾਇਤ ਲੈ ਕੇ ਗਏ ਨੇ ਕਿ ਤੁਹਾਡਾ ਇਤਨੇ ਮਾਨ ਸਥਾਨ ਤੇ ਬੈਠਣ ਕੇ ਦੂਜੀ ਪਾਰਟੀ ਕੋਲ ਪੁੱਛਣ ਦਾ ਹੱਕ ਤੇ ਨਹੀਂ ਵੀ ਇਸ ਬਾਰੇ ਕਿੰਨੀ ਸੱਚਾਈ ਹੈ ਤੇ ਕਿੰਨੀ ਕੀ ਹੈ। ਔਰ ਤੁਸੀਂ ਆਪਣਾ ਲੈਕਚਰ ਦੇ ਕੇ ਤੇ ਉਹਦਾ ਨਾਂ ਕੀ ਤੱਤੀਆਂ ਗੱਲਾਂ ਕਰ ਦਿੱਤੀਆਂ। ਸਾਨੂੰ ਇਸ ਗੱਲ ਦੀ ਉਮੀਦ ਜਥੇਦਾਰ ਪਾਸੋਂ ਬਿਲਕੁਲ ਨਹੀਂ ਸੀ। ਅਸੀਂ ਜਥੇਦਾਰ ਸਾਹਿਬ ਦੀ ਜਿਹੜੀ ਬਾਈਟ ਦੀ ਉਹਦੀ ਸਖਤ ਨਿੰਦਾ ਕਰਦੇ ਹਾਂ। ਇੱਕ ਗੱਲ ਅਸੀਂ ਜ਼ਰੂਰ ਕਰਨੀ ਚਾਹੁੰਦੇ ਹਾਂ, ਜਥੇਦਾਰ ਨੂੰ ਚੋਰਾਂ ਦੀ ਪਨਾਹਗਿਰੀ ਨਹੀਂ ਕਰਨੀ ਚਾਹੀਦੀ। ਚੋਰਾਂ ਦੀ ਪਨਾਹਗਿਰੀ ਨਹੀਂ ਕਰਨੀ ਚਾਹੀਦੀ। ਇਹ ਬੜਾ ਮਹਾਨ ਤਖਤ ਹੈਗਾ, ਇੱਥੇ ਧਰਮ ਦੀ ਗੱਲ ਕਰਨ। ਚੋਰੀ ਕਰਕੇ ਬੰਦਾ ਇੱਥੇ ਆ ਜਾਏ ਤੇ ਇੱਕ ਮੈਂ ਉਹਨਾਂ ਦੇ ਉੱਪਰ ਐਕਸ਼ਨ ਲਵਾਂਗਾ। ਮੈਂ ਆਪਣੇ ਮੂੰਹੋਂ ਸੁਣਿਆ ਜਥੇਦਾਰ ਨੇ 10 ਦਫਾ ਇਹਨੂੰ ਗਾਲਾਂ ਕੱਢੀਆਂ ਹੋਈਆਂ। ਮੈਂ ਆਪਣੇ ਮੂੰਹ ਸੁਣਿਆ, ਆਪਣੇ ਕੰਨਾਂ ਤੋਂ ਸੁਣਿਆ ਹੋਇਆ। ਮੈਂ ਕਾਲ ਤਖਤ ਤੇ ਖਲੋ ਕੇ ਕਹਿ ਦੇਣਾ ਵੀ ਜਥੇਦਾਰ ਨੇ ਗਾਲਾਂ ਕੱਢੀਆਂ ਹੋਈਆਂ ਸਰਸੇ ਨੂੰ। ਇਸ ਕਰਕੇ ਇਹ ਪੋਤੜੇ ਜਿਹੜੇ ਨਾ ਇਹਨਾਂ ਨੂੰ ਬਹੁਤੀ ਹਵਾ ਨਾ ਦੇਣਾ, ਕਿਉਂਕਿ ਮਸਲੇ ਫਿਰ ਅਸੀਂ ਕਹਾਂਗੇ ਵੀ ਸਮੁੱਚਾ ਪੰਥ ਇਕੱਠਾ ਕਰਕੇ ਬਰਗਾੜੀ ਦਾ ਵੀ ਮਸਲਾ ਕਰੋ। ਜਿਹੜਾ ਉੱਥੇ ਮਸਲੇ ਹੋਏ ਨੇ ਗਾਣੇ ਵਜਾਣੇ ਦੇ ਰਕਾਬਗੰਜ ਸਾਹਿਬ ਜਿੱਥੇ ਹਜ਼ਾਂਤਾਂ ਹੋਈਆਂ ਉਹ ਵੀ ਮਸਲੇ ਹੋਣਗੇ ਤੇ ਇਹ ਫੈਸਲਾ ਕਰੋ ਬਈ ਜੇ ਗੁਰਦੁਆਰੇ ਦੇ ਵਿੱਚ ਚੋਰੀਆਂ ਹੁੰਦੀਆਂ ਤੇ ਉਹਦੀ ਆਵਾਜ਼ ਉਠਾਣੀ ਅੱਜ ਤੋਂ ਬਾਅਦ ਬੰਦ ਕਰ ਦਿਓ। ਇਸ ਸਮੇਂ ਤੁਹਾਡੇ ਤੇ ਇਲਜ਼ਾਮ ਹੈ ਕਿ ਤੁਸੀਂ ਰਕਾਬਗੰਜ ਸਾਹਿਬ ਗੁਰਦੁਆਰੇ ਦੀ ਮਰਿਆਦਾ ਦਾ ਘਾਣ ਕੀਤਾ। ਕਿਸ ਤਰ੍ਹਾਂ ਜੀ ਲਿਖਤੀ ਸ਼ਿਕਾਇਤ ਆਈ ਹੈ ਸ਼੍ਰੀ ਅਕਾਲ ਤਖਤ ਨਹੀਂ ਜਿਹੜੇ ਹਿਸਾਬ ਮੰਗਣਗੇ ਉੱਥੇ ਗਾਲੀ ਗਲੋਚ ਕੀਤਾ ਤੇ ਮਰਿਆਦਾ। ਕੋਈ ਗੱਲ ਨਹੀਂ, ਮੈਂ ਤੁਹਾਨੂੰ ਸਾਰੀ ਗੱਲ ਦੱਸ ਦੇਣਾ ਜੀ ਤੇ ਉਸ ਦੇ ਵਿੱਚ ਮੈਨੂੰ ਦੱਸਣਾ ਕਿਹੜੀ ਘਾਣ ਕੀਤਾ ਗਿਆ। ਸਾਡੇ ਕੋਲ ਰਿਪੋਰਟਾਂ ਸਨ ਵੀ ਇੱਥੇ ਪੈਸੇ ਜਿਹੜੇ ਖੁਰਦ ਬੁਰਦ ਹੋ ਰਹੇ ਨੇ ਅੰਦਰ ਨੂੰ ਕਹਿਣਾ ਔਰ ਅਸੀਂ ਆਪਣੇ ਚੁਣੇ ਹੋਏ ਮੈਂਬਰ ਅਸੀਂ ਆਪਣੇ ਹੁਣ ਅਸੀਂ ਇਹ ਸਰ ਮਨਜੀਤ ਸਿੰਘ ਨੇ ਵੀ ਅਸੀਂ ਉਸ ਨਾਲ ਗੱਲ ਕੀਤੀ। ਅਸੀਂ ਮੈਂਬਰ ਆਪਣੇ ਹੁਣ ਦੇ ਚੁਣੇ ਹੋਏ ਤੇ ਸਾਬਕਾ ਐਗਜ਼ੈਕਟਿਵ ਦੇ ਮੈਂਬਰ ਅਸੀਂ ਉਹ ਚੁਣੇ ਹੋਏ
ਜਿਨ੍ਹਾਂ ਵਿੱਚ ਸਰਦਾਰ ਹਰਿੰਦਰਪਾਲ ਸਿੰਘ ਪਹਿਲੇ ਐਗਜ਼ੈਕਟਿਵ ਦੇ ਮੈਂਬਰ ਸਨ, ਮੀਤ ਪ੍ਰਧਾਨ ਬਾਠ ਵੀ ਸੀ। ਅਸੀਂ ਇਹਨਾਂ ਨੂੰ ਉੱਥੇ ਭੇਜਿਆ। ਇਹਨਾਂ ਨੇ ਜਾ ਕੇ ਜਨਰਲ ਮੈਨੇਜਰ ਕਿਹਾ ਜੀ ਸਾਨੂੰ ਰਜਿਸਟਰ ਦੇ ਦਿਓ, ਕੈਸ਼ ਰਜਿਸਟਰ ਚਾਹੀਦਾ। ਉਸਨੇ ਥੋੜ੍ਹੀ ਜਿਹੀ ਆਨਾਕਾਨੀ ਕੀਤੀ, ਪਰ ਉਸਨੇ ਰਜਿਸਟਰ ਜਿਹੜਾ ਹੈ ਦਿਖਾ ਦਿੱਤਾ ਤੇ ਸਾਹਮਣੇ ਪਿਆ ਸੀ ਜੀ, ਇਹ ਦੇਖ ਲਓ। ਰਜਿਸਟਰ ਵਿੱਚ ਸੀ 1 ਕਰੋੜ 30 ਲੱਖ ਰੁਪਇਆ ਕੈਸ਼ ਇਨ ਹੈਂਡ। 1 ਕਰੋੜ 30 ਲੱਖ ਰੁਪਇਆ, 1 ਕਰੋੜ 30 ਲੱਖ ਰੁਪਇਆ ਨੇ ਕਿਹਾ ਜੀ ਸਾਨੂੰ ਗਿਣਤੀ ਕਰਾ ਦਿਓ ਤੇ ਸਾਡਾ ਕੰਮ ਖਤਮ। ਤੇਰੀ ਜੀ ਗੱਲ ਹੈ ਕਿ ਉਹਨੇ ਕਿਹਾ ਜੀ ਮੈਂ ਪੁੱਛਦਾ। ਉਹਨੇ ਆਪਣੇ ਪ੍ਰਧਾਨ ਕੋਲ ਪੁੱਛਿਆ, ਇਹਨਾਂ ਕੋਈ ਜਵਾਬ ਕੋਈ ਨਾ ਦਿੱਤਾ। ਉਹਨੇ ਜਨਰਲ ਸਕੱਤਰ ਨੂੰ ਟੈਲੀਫੋਨ ਕੀਤੀ। ਉਹਨੇ ਕਿਹਾ ਜੀ ਹੈ ਸਾਰਾ ਕੰਮ ਠੀਕ, ਕਹਿੰਦਾ ਜੀ ਠੀਕ। ਕਹਿੰਦਾ ਗਿਣਤੀ ਕਰਾ ਦਿਓ। ਸਾਨੂੰ ਉਹ ਸਟਰੋਂਗ ਰੂਮ ਵਿੱਚ ਸਾਡੇ ਵਰਕਰ ਨੂੰ ਜਿਹੜੇ ਸਾਡੇ 2 ਬੰਦੇ ਅਲਾਊ ਕੀਤੇ, ਸਰ ਕਰਤਾਰ ਸਿੰਘ ਚਾਵਲਾ ਤੇ ਸਰ ਕੁਲਵੰਤ ਸਿੰਘ ਬਾਠ। ਇਹ 2 ਬੰਦੇ ਗਏ, ਸੇਫ ਖੋਲਿਆ, ਉਹਦੇ ਚੋਂ 66 ਲੱਖ ਰੁਪਇਆ ਨਿਕਲਿਆ ਕੋਲ। 66 ਲੱਖ ਰੁਪਏ ਦੇ ਵਿੱਚ ਇਨਕਲੂਡਸ 38.5 ਲੱਖ ਬੈਂਕ ਨੋਟਸ, ਜਿਹਦੀ ਕੋਈ ਵੈਲਿਊ ਹੀ ਨਹੀਂ ਹੈਗੀ। ਇਹ 38.5 ਲੱਖ ਰੁਪਇਆ ਪੁੱਛੋ ਬਈ ਕਿਵੇਂ ਰੱਖਿਆ ਹੋਇਆ ਨੇ, ਕਿਹੜੇ ਕਦਨ ਨੋਟ ਪਲਟੇ ਨੇ ਤੁਸੀਂ? ਕਿੰਨੀ ਦੇਰ ਬਾਅਦ ਹੁੰਦਾ ਜੀ ਗਿਣਤੀ? ਕਿਹੜਾ ਗਿਣਤੀ ਕਿੰਨੀ ਦੇਰ ਬਾਅਦ ਹੁੰਦੀ ਹੈ? ਕਾਊਂਟਿੰਗ ਕਿੰਨੀ ਦੇਰ ਬਾਅਦ, ਤਾਂ ਕਿ ਪੁਰਾਣੇ ਨੋਟ ਜਿਹੜੇ ਆਏ ਨੇ? ਪੁਰਾਣੇ ਨੋਟ ਦੇ ਇਹਨਾਂ ਨੇ ਪਿਛਲੇ 5 ਸਾਲ ਤੋਂ ਰੱਖੇ ਹੋਏ ਨੇ ਮਹਾਰਾਜ। ਤੁਸੀਂ ਇੱਕੋ ਪੁਰਾਣੇ ਨੋਟ ਹੁਣ ਥੋੜੀ ਆਏ ਹੋਏ ਨੇ ਕੋਈ। वैसे प्रोसीजर ट्वाइस ए वीक एट बंगला साहब, वंस ए वीक गुरुद्वारा सीसगंज साहब और वंस ए वीक इन अदर गुरुद्वारा बंगला साहब। ਅੱਛਾ ਜੀ। ਹੁਣ आई है। ਨੋਟ ਨਿਕਲ ਗਏ। ਅਸੀਂ ਨੇ ਕਿਹਾ ਜੀ ਬਾਕੀ ਪੈਸਾ, ਕਹਿੰਦਾ ਜੀ ਬਾਕੀ ਪੈਸਾ ਜਿਹੜਾ ਹੈਗਾ ਅਸੀਂ ਬੈਂਕ ਜਮ੍ਹਾਂ ਕਰਾਉਣ ਲੈ ਜਾ ਰਹੇ ਹਾਂ। ए सुनो, ਬੈਂਕ ਜਮ੍ਹਾਂ ਕਰਾਉਣ ਲੈ ਜਾ ਰਹੇ ਹਾਂ। ਸਾਨੂੰ ਪਤਾ ਸੀ ਇਸ ਗੱਲ ਦਾ ਵੀ ਬੈਂਕ ਤੇ ਸੈਕਿੰਡ ਸੈਚਰਡੇ ਬੰਦ ਹੈਗਾ। ਕਿਸੇ ਨੂੰ ਨਹੀਂ ਪਤਾ ਵੀ ਸੈਕਿੰਡ ਸੈਚਰਡੇ ਬੰਦ। ਅਸੀਂ ਬੋਲੇ ਕੋਈ ਨਹੀਂ। ਇਹਨਾਂ ਨੇ ਟੈਲੀਫੋਨ ਕੀਤੀ ਐਕਸਿਸ ਬੈਂਕ। ਅਸੀਂ ਕਿਹਾ ਜੀ ਮਿਲਾਓ। ਔਨ ਫੋਨ ਇਹਨਾਂ ਨੇ ਟੈਲੀਫੋਨ ਆਇਆ, ਕਹਿੰਦਾ ਜੀ ਅੱਜ ਤੋਂ ਬੈਂਕ ਬੰਦ ਹੈ। ਅਸੀਂ ਕਿਹਾ ਜੀ ਬੈਂਕ ਬੰਦ ਹੈ ਤੇ ਸਾਨੂੰ ਨੋਟ ਗਿਣਤੀ ਕਰਾ ਦਿਓ। ਕਹਿੰਦਾ ਉਹ ਤੇ ਸਟਰੋਂਗ ਰੂਮ ਵਿੱਚ ਰੱਖੇ ਹੋਏ ਨੇ। ਅਸੀਂ ਕਿਹਾ ਜੀ ਉੱਥੇ ਗਿਣਤੀ ਕਰਾ ਦਿਓ, ਅਸੀਂ ਜਾਈਏ। ਉਹ ਨੋਟ ਸ਼ਾਮ ਦੇ 5 ਵਜੇ ਤੱਕ 6 ਵਜੇ ਤੱਕ ਇਹਨਾਂ ਨੇ ਮਨਾ ਕਰਤੇ ਗਿਣਤੀ ਕਰਾਉਣ ਤੋਂ। ਜਦ ਤੁਸੀਂ ਨੋਟ ਨਹੀਂ ਗਿਣਤੀ ਕਰਾ ਰਹੇ ਹੋ, ਸੱਜੇ ਖੱਬੇ ਕਰ ਰਹੇ ਹੋ, ਬੰਦੇ ਤੁਸੀਂ ਬੁਲਾਏ ਹੋਏ ਨੇ। ਮੈਨੂੰ ਤੇ ਫਿਰ ਟੈਲੀਫੋਨ ਗਈਏ ਬਈ ਹਰਿੰਦਰਪਾਲ ਸਿੰਘ ਹੋਰਾਂ ਦੀ, ਬਈ ਮਾਮਲਾ ਜ਼ਿਆਦਾ ਗੜਬੜ ਹੈਗਾ, ਚੋਰੀ ਵੱਡੀ ਹੈਗੀ ਤੇ ਤੁਸੀਂ ਆ ਜਾਓ। ਮੈਂ ਵੀ ਚਲਾ ਗਿਆ ਤੇ ਮਨਜੀਤ ਗ੍ਰੇਟਰ ਕਲਾਸ ਵੀ ਚਲਾ ਗਿਆ। ਕਮਾਲ ਦੀ ਗੱਲ ਹੈਗੀ, ਚੋਰੀ ਤੁਸੀਂ ਕਰਦੇ ਪਏ ਹੋ, ਡਾਕਾ ਤੁਸੀਂ ਮਾਰਦੇ ਪਏ ਹੋ, ਬੜੀ ਵੱਡੀ ਚੋਰੀ ਹੈਗੀ। 38.5 ਲੱਖ ਰੁਪਏ ਦੀ ਉਹ ਹੈ, 48 ਲੱਖ ਰੁਪਇਆ ਉਹ ਖੱਟਿਆ ਹੋਇਆ ਹੈ। 85 90 ਲੱਖ ਰੁਪਏ ਦੇ ਵਿਚਕਾਰ ਦੀ ਚੋਰੀ ਹੈਗੀ। ਔਰ ਉਸ ਤੋਂ ਬਾਅਦ ਜਿਹੜੇ ਅਸੀਂ ਫੋਟੋ ਖਿੱਚੀਆਂ ਹੋਈਆਂ ਨੇ ਉਹਨਾਂ ਦੇ ਕੈਸ਼ ਬੁੱਕ ਦੀਆਂ, ਰੋਜ਼ ਪੈਸਾ ਜਮ੍ਹਾਂ ਹੋ ਰਿਹਾ ਹੈ ਔਰ ਵਿੱਚੋਂ 60 70 ਹਜ਼ਾਰ ਰੁਪਇਆ 80 ਹਜ਼ਾਰ ਰੁਪਇਆ ਰੋਜ਼ ਨਿਕਲ ਜਾ ਰਿਹਾ ਹੈ। ਤੁਹਾਨੂੰ ਚਾਹੀਦਾ ਹੈਗਾ, ਤੁਸੀਂ ਸ਼ਿਕਾਇਤ ਸੁਣੀ ਹੈ ਕੁਝ ਜਿਵੇਂ ਅੱਗੇ ਤੁਸੀਂ ਆਪਣੇ ਬਾਰੇ ਕੀ ਕਹੋਗੇ? 5 ਮਾਰਚ 2020 ਨੂੰ ਤੁਸੀਂ ਸਾਨੂੰ ਸੱਦਿਆ ਵੀ ਗੁਰਦੁਆਰੇ ਦੇ ਵਿੱਚ ਚੋਰੀ ਜ਼ਿਆਦਾ ਹੈ ਤੇ ਤੁਸੀਂ ਆਓ। ਅਸੀਂ ਦੋਵੇਂ ਭਰਾ ਵੀ ਆਏ, 3 ਉਹ ਆਏ, ਮਨਜੀਤ ਵੀ ਆਇਆ, ਹਿਤ ਵੀ ਆਇਆ, ਸਰਸਾ ਵੀ ਆਇਆ। ਕਹਿੰਦਾ ਨੇ ਬਈ ਇਹ ਜਦ ਕਾਗਜ਼ ਪੋਤੜੇ ਅੱਗੇ ਰੱਖੇ, ਜਥੇਦਾਰ ਅੱਗੇ, ਕਹਿੰਦਾ ਜੀ ਇਹ ਤੇ ਚੋਰੀ ਬਹੁਤ ਵੱਡੀ ਹੈ, ਮੈਂ ਤੇ ਫੈਸਲਾ ਨਹੀਂ ਕਰ ਸਕਦਾ, ਮੈਂ 15 ਦਿਨਾਂ 'ਚ ਕਮੇਟੀ ਬਣਾ ਦਿਆਂਗਾ। ਭਾਈ ਜੀ ਬੜਾ ਚੰਗਾ ਹੈ, ਮੈਂ 2 ਮਹੀਨਿਆਂ 'ਚ ਫੈਸਲਾ ਦੇ ਦਿਆਂਗਾ, ਬੜਾ ਚੰਗਾ ਹੈ। ਤੁਹਾਡੀ ਪ੍ਰੈਸ ਨੇ ਮੇਰੇ ਕੋਲ ਕਮੈਂਟ ਲੈਣ ਬਾਹਰੋਂ, ਮੈਂ ਕਿਹਾ ਇੱਥੇ ਕਮਾਲ ਹੋ ਗਈ ਜੀ। ਜਥੇਦਾਰ ਗੁਰਦਿਆਲ ਸਿੰਘ ਅਜਨੋਆ ਨਵਾਂ ਜੰਮ ਪਿਆ, ਬੜਾ ਜਾਨਦਾਰ ਜਥੇਦਾਰ ਹੈ ਜੀ। ਮੈਨੂੰ ਕਿਸੇ ਪ੍ਰੈਸ ਵਾਲੇ ਤੁਹਾਡੇ ਚੋਂ ਹੀ, ਮੈਨੂੰ ਨਹੀਂ ਹੁਣ ਸ਼ਕਲ ਯਾਦ, ਕਹਿੰਦੇ ਨੇ ਸੋਚ ਸਮਝ ਕੇ ਸਰਨਾ ਸਾਹਿਬ ਕਮੈਂਟ ਦਿਓ, ਇਹ ਨਿਕਲਣਾ ਕੋਈ ਨਹੀਂ ਜੇ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਮੈਂ ਕਿਹੜਾ ਕੋਈ ਤੇ ਸਟਾਮ ਲਿਖ ਕੇ ਦੇ ਰਿਹਾ, ਮੈਂ ਵੀ ਤੇ ਗੱਲ ਹੀ ਕਰ ਰਿਹਾ। ਮੈਨੂੰ ਭਰੋਸਾ ਹੈਗਾ ਠੀਕ ਨਿਕਲੇਗਾ। ਜੇ ਮੇਰੇ ਭਰੋਸੇ ਦੇ ਚੋਟ ਲੱਗਦੀ ਹੈ, ਗੁਰੂ ਕੋਲੋਂ ਮਾਫੀ ਮੰਗਾਂਗੇ ਅਸੀਂ। देखो जी गल है पहली तो जो इंसीडेंस इन्होंने दसिया 5 मार्च 2020 वाला, घट्टो घट 50 टेलीफोन में की। मेरी जेठ पई है जी, मेरी जेठ पई है जी कमेटी, परसों कर देंगा, तरसों कर देंगा। तो काल तक बैठे तो मैं दमन साहब तो भेजांगा, दमन साहब आए तो मैं दिल्ली आ रहा, मैं आ रहा। दूसरी गल मैं पुछदा भी तुहाडा काम चोरियां कराने का कि चोरियां रोकने का? तुसीं चोरियां करानियां कि चोरियां रोकनियां? ये डाके है,
तीसरी गल मैं पूछना चाहता, तुहाडा काम हैगा ये भी देखण दा है, तुहाडा काम हैगा कि सिੱਖੀ प्रफुल्लित हो रही है कि नहीं हो रही। पता पाने वास्ते तुहाडा की हैगा 2011 ਦੇ ਵਿੱਚ 2011 ਚ ਮਰਦਨਸ਼ੁਮਾਰੀ ਚ 3.25 ਲੱਖ ਕ੍ਰਿਸਚੀਅਨ ਹੈ, 2021 ਬਣ ਗਿਆ 33 ਲੱਖ, ਔਰ ਤੁਹਾਡੇ ਨੱਕ ਦੇ ਥੱਲੇ ਇਸ ਬੈਲਟ ਵਿੱਚ ਹੈਗੇ। ਉਹ ਤੁਹਾਡੇ ਕੋਲ ਜਿਹੜਾ ਕੰਮ ਹੈ ਤੁਹਾਡੇ ਕੋਲ ਸਾਹਮਣ ਨਹੀਂ ਹੁੰਦਾ, ਡਕੈਤੀ ਤੁਹਾਡੇ ਕੋਲ ਸਾਹਮਣ ਨਹੀਂ ਹੁੰਦੀ, ਤੇ ਸਾਨੂੰ ਬਣਾਉਣ ਵਾਸਤੇ ਬੁਲਾਉਂਦੇ ਪਏ, ਬੁਲਾ ਲਓ। ਮੈਂ ਕਹਿੰਦਾ ਜੀ ਕਮਾਲ ਹੈ, ਤੁਹਾਨੂੰ ਉਸ ਵਕਤ ਨਹੀਂ ਆਈ ਸ਼ਰਮ ਬਈ ਜਦ ਤੁਹਾਡਾ ਥਾਪਿਆ ਹੋਇਆ ਬੰਦਾ 8.5 ਸਾਲ ਤੋਂ ਗੁਰਮੁਖੀ ਨਹੀਂ ਪੜ੍ਹ ਸਕਦਾ, ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹ ਸਕਦਾ, ਤੇ ਤੁਸੀਂ ਇੱਕ ਵਾਰ ਵੀ ਇਹਨੂੰ ਲਾਹਨਤ ਭੇਜੀ ਹੈ, ਇਹ ਕੀ ਕਰਦਾ ਪਿਆ ਠੱਗੀ ਤੁਹਾਡੇ ਨਾਲ। ਸਾਰੇ ਪਾਪ ਪੁੰਨ ਹੋ ਗਏ ਤੇ ਸਾਰੇ ਪੁੰਨ ਪਾਪ ਹੋ ਗਏ। ਜਿਹੜੀ ਚਿੱਠੀ ਲਿਖੀ ਸੀ ਉਹ ਸਿਰਫ ਮਨਜਿੰਦਰ ਸਿੰਘ ਸਰਸਾ ਠੀਕ ਲੱਗਿਆ, ਬਾਕੀ ਸਭ ਗਲਤ। ਗੁਰੂ ਗ੍ਰੰਥ ਸਾਹਿਬ ਦਾ ਇੱਕ ਲਫ਼ਜ਼ ਨਹੀਂ ਪੜ੍ਹ ਸਕਿਆ। ਮੈਂ ਉੱਥੇ ਹਾਈ ਕੋਰਟ ਦੇ ਹੁਕਮਾਂ ਨਾਲ ਮੈਂ ਉੱਥੇ ਮੌਜੂਦ ਸਾਂ, ਡਾਇਰੈਕਟੋਰੇਟ ਨੇ ਇਮਤਿਹਾਨ ਲਿਆ। ਜਿਹੜੀ ਹੁਣ ਤੁਹਾਡੇ ਖਿਲਾਫ ਦਰਖਾਸਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਦਿੱਤੀ ਗਈ ਹੈ, ਉਹਦੇ ਲਈ ਤੁਸੀਂ ਸਬੂਤਾਂ ਦੇ ਨਾਲ ਜਥੇਦਾਰ ਸਾਹਿਬ ਨੂੰ ਜਦ ਮਰਜ਼ੀ ਬੁਲਾ ਲਓ, ਸਬੂਤ ਦੇ ਦਿਆਂਗੇ, ਜਿੰਨੇ ਮੰਗੇਗਾ ਉਤਨੇ ਦੇ ਦਿਆਂਗੇ। ਇਹ ਸਬੂਤ ਵੇਖ ਵੇਖ ਕੇ ਇਹਦੇ ਸਵੇਰ ਤੋਂ ਸ਼ਾਮ ਪੈ ਜਾਣੀ ਹੈ। ਅੱਛਾ ਸਰਨਾ ਸਾਹਿਬ, ਜਿਹੜੇ ਤੁਸੀਂ ਦੱਸਿਆ ਕਿ ਵਿੱਚੋਂ ਬੈਂਡ ਕਰੰਸੀ ਜਿਹੜੀ ਆਥੋਰਾਈਜ਼ ਨਹੀਂ ਕਰੰਸੀ ਨਿਕਲੀ, ਇਹ ਕੀ ਕਰਦੇ ਆ? ਵੀ ਇਹਦਾ ਮਤਲਬ ਇਹ ਆ ਵੀ ਕਰੰਸੀ ਜਿਹੜੀ ਹੈ ਜਿਹੜੇ ਅਹੁਦੇਦਾਰ ਆ ਇਹ ਆਪਣੀ ਪਾ ਦਿੰਦੇ ਤੇ ਦੁਕਾਨ ਤੇ ਲੈ ਲੈਂਦੇ। ਬਸ ਜੋ ਕੁਝ ਤੁਸੀਂ ਕਿਹਾ ਹੀ ਹੈ, ਇਹੀ ਹੈਗਾ, ਇਹੀ ਹੈਗਾ, ਇਹੀ ਹੈਗਾ। ਜੋ ਕੁਝ ਤੁਸੀਂ ਕਿਹਾ ਇਹੀ ਹੈਗਾ। ਮਤਲਬ ਪੈਸੇ ਕੱਢ ਕੇ ਲੈ ਗਏ, ਠੀਕ ਹੈ, ਪੈਸੇ ਕੱਢ ਕੇ ਲੈ ਗਏ, ਜੇ ਤੇ ਚੋਰੀ ਪਕੜੀ ਗਈ ਤੇ ਉਹ ਬੈਂਡ ਨੋਟ ਦੱਸਦੇ ਜੀ ਇਹ ਵੀ ਵਿੱਚੇ ਸ਼ਾਮਲ ਹਨ। ਹਾਂ, ਜਿਵੇਂ ਸਾਡੇ ਵਕਤ ਹੋਇਆ। ਹੋਰ ਸਮਝਾ ਦੇ, ਕੈਸ਼ ਕੱਢ ਕੇ ਲੈ ਜਾਂਦੇ, ਜੇ ਕੋਈ ਗਣਾ ਨਾ ਜਾਏ ਤਾਂ ਉਹਨੂੰ ਨਾਲ ਲਾ ਦਿੰਦੇ, ਨਹੀਂ ਹੈ ਤੇ ਨਹੀਂ ਹੈ। ਉਹਦੀ ਤੁਹਾਡੇ ਕੋਲ ਅਗਰ 10,000 20,000 ਰੁਪਇਆ ਉਹਦੀ ਕੋਈ ਵਕਤ ਹੈ? ਇਹਨਾਂ ਦੀ ਕਿਸਮਤ ਮਾੜੀ ਇਹ ਇਹਨੂੰ ਹੈਗੀ, ਕੈਸ਼ ਇਨ ਹੈਂਡ ਕਿਉਂ ਗਿਣ ਰਹੇ ਨੇ? ਇਹਨਾਂ ਦੀ ਦੇਖੋ ਇਹਨਾਂ ਦੀ ਕਿਸਮਤ ਮਾੜੀ ਕਿੱਥੋਂ ਹੋਈ। ਇਹਨਾਂ ਨੇ ਸਿਖਾ ਕੇ ਰੱਖਿਆ ਹੋਇਆ ਆਪਣੇ ਕੈਸ਼ੀਅਰ ਨੂੰ, ਬਈ ਜਦੋਂ ਫੜੀ ਜਾਏ ਤੂੰ ਕਹਿ ਦੀ ਮੈਂ ਬੈਂਕ ਜਮ੍ਹਾਂ ਕਰਾਉਣ ਲੈ ਕੇ ਗਿਆ, ਇੰਨੀ ਦੇਰ ਸਾਨੂੰ ਟੈਲੀਫੋਨ ਕਰੀ, ਮੈਂ ਘਰੋਂ 50-60 ਲੱਖ ਰੁਪਏ ਹੈ ਤੇ ਅਮੀਰ ਆਦਮੀ, ਮੈਂ ਚੁੱਕ ਕੇ ਬੈਂਕ ਜਮ੍ਹਾਂ ਕਰਾ ਦਿਆਂਗਾ। ਇਹਨਾਂ ਦੀ ਕਿਸਮਤ ਮਾੜੀ, ਰੱਬ ਨੇ ਇਹਨਾਂ ਦੀ ਚੋਰੀ ਫੜਾਣੀ ਸੀ, ਉਸ ਦਿਨ ਬੈਂਕ ਬੰਦ ਸੀ, ਇਹ ਜਮ੍ਹਾਂ ਨਹੀਂ ਕਰਾ ਸਕੇ।